ਹੈਲੋ एवरीवन। सब तो पहला जिन्होंने मेरा चैनल सबसक्राइब नहीं किया मेरा चैनल सबसक्राइब कर लें ताकि टाइम टू टाइम ਜਿਹੜੀਆਂ अपडेट्स मैं पा रहा वो ਤੁਹਾਨੂੰ ਨਾਲ ਦੀ ਨਾਲ ਮਿਲਦੀਆਂ ਰਹਿਣ ਚੈਪਟਰ ਦੇ ਨਾਲ ਰਿਗਾਰਡਿੰਗ ਜਾਂ ਜੋ ਵੀ ਤੁਹਾਨੂੰ ਜ਼ਰੂਰਤ ਹੈ। ਅੱਜ ਅਸੀਂ ਜੋ ਟੌਪਿਕ ਜਿਹੜਾ ਲੈਣ ਜਾ ਰਹੇ ਹਾਂ ਉਹ ਹੈ ਐਡਮਿਨਿਸਟ੍ਰੇਟਿਵ ਫੰਕਸ਼ਨਸ ਆਫ ਐਨ ਆਫਿਸ। ਇਹਨਾਂ ਫੰਕਸ਼ਨਸ ਦੇ ਵਿੱਚ ਉਹ ਫੰਕਸ਼ਨਸ ਆਉਣਗੇ ਜਿਹੜੇ ਕਿ ਮੈਨੇਜਮੈਂਟ ਨੂੰ ਡੇ ਟੂ ਡੇ ਜਿਹੜਾ ਵਰਕ ਕੰਟਰੋਲ ਕਰਨ ਦੇ ਲਈ ਜਾਂ ਡੇ ਟੂ ਡੇ ਬਿਜ਼ਨਸ ਨੂੰ ਮੈਨੇਜ ਕਰਨ ਦੇ ਲਈ ਜਿਹੜੇ ਕੰਮਾਂ ਦੀ ਲੋੜ ਪੈਂਦੀ ਹੈ ਉਹ ਸਾਰੇ ਫੰਕਸ਼ਨਸ ਜਿਹੜੇ ਆ ਇਹਦੇ ਵਿੱਚ ਪਰਫਾਰਮ ਕੀਤੇ ਜਾਣੇ ਆ। ਇਹ ਆ ਸੈਕੰਡ ਫੰਕਸ਼ਨਸ ਐਡਮਿਨਿਸਟ੍ਰੇਟਿਵ ਫੰਕਸ਼ਨਸ, ਯਾਨੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਕਵਰ ਕੀਤਾ ਸੀਗਾ ਪ੍ਰਾਇਮਰੀ ਫੰਕਸ਼ਨਸ ਆਫ ਐਨ ਆਫਿਸ। ਇਹ ਆ ਐਡਮਿਨਿਸਟ੍ਰੇਟਿਵ ਫੰਕਸ਼ਨਸ ਆਫ ਐਨ ਆਫਿਸ। ਸੋ ਐਡਮਿਨਿਸਟ੍ਰੇਟਿਵ ਫੰਕਸ਼ਨਸ ਜਿਹੜੇ ਆ ਤੁਸੀਂ +2 ਕਲਾਸ ਦੇ ਵਿੱਚ ਵੀ ਜਿਹੜਾ ਹੈ ਬਿਜ਼ਨਸ ਸਟੱਡੀ ਦੇ ਵਿੱਚ ਪੜ੍ਹੋਗੇ, ਜਿਹਨੂੰ ਫੰਕਸ਼ਨਸ ਆਫ ਮੈਨੇਜਮੈਂਟ ਵੀ ਕਿਹਾ ਜਾਂਦਾ ਹੈ। ਬਹੁਤ ਇੰਪੋਰਟੈਂਟ ਫੰਕਸ਼ਨਸ ਨੇ ਇਹ। ਸੋ ਸ਼ੁਰੂ ਕਰਦੇ ਹਾਂ ਟੌਪਿਕ। ਸਭ ਤੋਂ ਪਹਿਲਾ ਫੰਕਸ਼ਨ ਹੈ ਜੀ ਪਲੈਨਿੰਗ। ਪਲੈਨਿੰਗ ਦੇ ਵਿੱਚ ਕੀ ਆ? ਪਲੈਨਿੰਗ ਇੱਕ ਮੈਂਟਲ ਵਰਕ ਹੈ ਜਿਹਦੇ ਵਿੱਚ ਅਸੀਂ ਐਡਵਾਂਸ ਦੇ ਵਿੱਚ ਹੀ ਡਿਸਾਈਡ ਕਰਦੇ ਹਾਂ ਕਿ ਅਸੀਂ ਕੀ ਕਰਨਾ ਹੈ, ਵਟ ਕੀ ਕਰਨਾ ਹੈ, ਵੇਅਰ ਕਿੱਥੇ ਕਰਨਾ ਹੈ, ਵੈਨ ਕਦੋਂ ਕੀਤਾ ਜਾਏਗਾ, ਹੂ ਇਹ ਕੌਣ ਫੰਕਸ਼ਨ ਪਰਫਾਰਮ ਕਰੇਗਾ, ਹਾਊ ਇਜ਼ ਟੂ ਡੂ ਦ ਜੋਬ, ਇਹ ਜੋਬ ਕਿਵੇਂ ਪਰਫਾਰਮ ਕੀਤੀ ਜਾਏਗੀ। ਇਹ ਸਾਰਾ ਕੰਮ ਜਿਹੜਾ ਹੈ ਪਲੈਨਿੰਗ ਦੇ ਦੌਰਾਨ ਹੀ ਜਿਹੜਾ ਡਿਸਾਈਡ ਕੀਤਾ ਜਾਊਗਾ। ਇਸ ਕਰਕੇ ਪਲੈਨਿੰਗ ਨੂੰ ਸਿੰਪਲ ਜਿਹਾ ਵੀ ਕਿਹਾ ਜਾਂਦਾ ਹੈ। ਇੱਕ ਸਿੰਪਲ ਲੈਂਗੁਏਜ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪਲੈਨਿੰਗ ਇਜ਼ ਥਿੰਕਿੰਗ ਪ੍ਰੋਸੈਸ ਜਾਂ ਪਲੈਨਿੰਗ ਇਜ਼ ਥਿੰਕਿੰਗ ਇਨ ਐਡਵਾਂਸ ਵਟ ਯੂ ਹੈਵ ਟੂ ਡੂ ਫॉर ਦ ਬਿਜ਼ਨਸ। ਇਹ ਬਹੁਤ ਇੰਪੋਰਟੈਂਟ ਫੰਕਸ਼ਨ ਆ ਆਫਿਸ ਮੈਨੇਜਮੈਂਟ ਦਾ, ਮੇਨ ਫੰਕਸ਼ਨ ਗਿਣਿਆ ਜਾਂਦਾ ਹੈ, ਜਿਹਦੇ ਵਿੱਚ ਇਹ ਇੱਕ ਤਰ੍ਹਾਂ ਦੀ ਇਹ ਕਹਿ ਸਕਦੇ ਹਾਂ ਕਿ ਇੱਕ ਬੇਸ ਆ ਪੂਰੇ ਬਿਜ਼ਨਸ ਦਾ। ਪਲੈਨਿੰਗ ਫੰਕਸ਼ਨ ਨੂੰ ਪਰਫਾਰਮ ਕਰਨ ਦੇ ਲਈ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਆ ਕਲੈਕਟ ਕਰਨੀ ਪੈਂਦੀ ਆ, ਚਾਹੇ ਉਹ ਇਨਫੋਰਮੇਸ਼ਨ ਜਿਹੜੀ ਆ ਪੁਰਾਣੀ ਇਨਫੋਰਮੇਸ਼ਨ ਹੋਵੇ, ਕੋਈ ਪਾਸਟ ਇਨਫੋਰਮੇਸ਼ਨ ਹੋਵੇ। ਉਹਨਾਂ ਇਨਫੋਰਮੇਸ਼ਨ ਨੂੰ ਕਲੈਕਟ ਕਰਨ ਤੋਂ ਬਾਅਦ ਬਹੁਤ ਬਾਰੀਕੀ ਦੇ ਨਾਲ ਜਿਹੜਾ ਉਹਨੂੰ ਐਨਾਲਾਈਜ਼ ਕਰਕੇ ਜਿਹੜਾ ਹੈ ਮੈਨੇਜਮੈਂਟ ਅੱਗੇ ਪਲਾਨ ਕਰਦੀ ਹੈ। ਹੁਣ ਮੈਂ ਤੁਹਾਨੂੰ ਦੱਸਾਂ ਵੀ ਇਹਦੇ 3 ਲੈਵਲ ਨੇ, ਟੌਪ ਲੈਵਲ, ਮਿਡਲ ਲੈਵਲ, ਲੋਅਰ ਲੈਵਲ। ਪਹਿਲਾਂ ਤਾਂ ਮੈਂ ਲੈਵਲ ਸਮਝਾਉਂਦਾ ਵੀ ਇਹ ਲੈਵਲ ਕੀ ਨੇ। ਟੌਪ ਲੈਵਲ ਦੇ ਵਿੱਚ ਬੇਸਿਕਲੀ ਕੌਣ ਹੁੰਦੇ ਆ? ਟੌਪ ਲੈਵਲ ਦੇ ਵਿੱਚ ਬੋਰਡ ਆਫ ਡਾਇਰੈਕਟਰਸ ਆਉਂਦੇ ਆ, ਜਿਹੜੇ ਕਿ ਕੰਪਨੀ ਦੇ ਜਿਹੜੇ ਮਾਲਕ ਨੇ, ਮੈਨੇਜਮੈਂਟ ਹੈ ਜਿਹੜੀ। ਮਿਡਲ ਲੈਵਲ ਦੇ ਵਿੱਚ ਕੌਣ ਹੁੰਦੇ ਆ? ਮਿਡਲ ਲੈਵਲ ਦੇ ਵਿੱਚ ਬੇਸਿਕਲੀ ਡਿਪਾਰਟਮੈਂਟਸ ਦੇ ਹੈਡ ਹੁੰਦੇ ਆ। ਜਿਹੜੇ ਡਿਪਾਰਟਮੈਂਟਸ ਦੇ ਹੈਡ ਹੋਣ, ਜਿਹੜੇ ਡਿਪਾਰਟਮੈਂਟ ਨੂੰ ਕੰਟਰੋਲ ਕਰਦੇ, ਜਿਵੇਂ ਸੇਲਸ ਡਿਪਾਰਟਮੈਂਟ ਹੈ, ਪਰਚੇਜ਼ ਡਿਪਾਰਟਮੈਂਟ ਹੈ, ਅਲੱਗ-ਅਲੱਗ ਡਿਪਾਰਟਮੈਂਟ ਦੇ ਅਲੱਗ-ਅਲੱਗ ਹੈਡ ਹੋਣਗੇ। ਤੀਸਰਾ ਲੈਵਲ ਜਿਹੜਾ ਹੈ ਉਹ ਤੀਸਰਾ ਲੈਵਲ ਹੈ ਜਿਹੜਾ ਆਪਰੇਟਿਵ ਲੈਵਲ ਹੈ, ਯਾਨੀ ਵਰਕਰਸ, ਫੋਰਮੈਨ, ਇਹ ਸਾਰੇ ਦੇ ਸਾਰੇ ਇਸ ਲੋਅਰ ਲੈਵਲ ਦੇ ਵਿੱਚ ਹੋਣਗੇ। ਹੁਣ ਹਰ ਇੱਕ ਲੈਵਲ 'ਤੇ ਇੱਕ ਸਟ੍ਰੈਟਜੀ ਜਿਹੜੀ ਹੈ ਉਹ ਬਣਾ ਕੇ ਚੱਲਣੀ ਪੈਂਦੀ ਆ ਕਿ ਕਿਹੜੇ ਲੈਵਲ ਦੇ ਉੱਪਰ ਕਿਵੇਂ ਪਰਫਾਰਮ ਕੀਤਾ ਜਾਏਗਾ। ਜਿਵੇਂ ਟੌਪ ਲੈਵਲ ਜਿਹੜਾ ਹੈ, ਟੌਪ ਲੈਵਲ ਪਲੈਨਿੰਗ ਦਾ ਕੰਮ ਜਿਹੜਾ ਟੌਪ ਲੈਵਲ ਕਰਦਾ ਹੈ। ਉਹਦੇ ਬਾਅਦ ਜਿੰਨੀ ਵੀ ਸਟ੍ਰੈਟਜੀਜ਼ ਤਿਆਰ ਹੋਣੀਆਂ ਆ, ਜਿੰਨੀ ਵੀ ਉਹਨਾਂ ਨੇ ਪਲੈਨਿੰਗ ਕਰਨੀ ਆ, ਪ੍ਰੋਸੀਜਰਸ ਤਿਆਰ ਕਰਨੇ ਆ, ਜਿੰਨੇ ਵੀ ਉਹਨਾਂ ਰੂਲਸ ਰੈਗੂਲੇਸ਼ਨ ਤਿਆਰ ਕਰਨੇ ਆ, ਉਹ ਇੱਥੇ ਮਿਡਲ ਲੈਵਲ ਦੇ ਵਿੱਚ ਡਿਪਾਰਟਮੈਂਟ ਦੇ ਜਿਹੜੇ ਹੈੱਡ ਤਿਆਰ ਕਰਨਗੇ। ਮੈਥਡਸ ਕਿਵੇਂ ਕੋਈ ਕੰਮ ਪਰਫਾਰਮ ਕੀਤਾ ਜਾਏਗਾ, ਉਹ ਸਾਰਾ ਇਸੇ ਫੰਕਸ਼ਨ ਦੇ ਵਿੱਚ ਜਿਹੜਾ ਉਹ ਡਿਸਾਈਡ ਕੀਤਾ ਜਾਏਗਾ। ਲੋਅਰ ਲੈਵਲ ਨੇ ਕੀ ਹੈ ਕਿ ਇਹਨਾਂ ਦੋਨਾਂ ਲੈਵਲ ਤੋਂ ਜਿਹੜੀਆਂ ਉਹਨਾਂ ਨੂੰ ਇੰਸਟਰਕਸ਼ਨਸ ਆ ਰਹੀਆਂ ਹੈ ਜਾਂ ਰੂਲਸ ਰੈਗੂਲੇਸ਼ਨਸ ਜਾਂ ਜੋ ਉਹਨਾਂ ਨੇ ਪ੍ਰੋਸੀਜਰਸ, ਇਹ ਸਾਰਾ ਕੁਝ ਫੋਲੋ ਕਰਨ ਦਾ ਕੰਮ ਲੋਅਰ ਲੈਵਲ ਨੇ ਕਰਨਾ ਹੈ। ਇਸ ਕਰਕੇ ਇਹ ਸਭ ਤੋਂ ਪਹਿਲਾ ਫੰਕਸ਼ਨ ਹੈ ਅਤੇ ਸਭ ਤੋਂ ਇੰਪੋਰਟੈਂਟ ਫੰਕਸ਼ਨ ਹੈ ਕਿ ਪਹਿਲਾਂ ਤੋਂ ਐਡਵਾਂਸ ਦੇ ਵਿੱਚ ਡਿਸਾਈਡ ਕਰਨਾ ਕਿ ਬਿਜ਼ਨਸ ਨੇ ਕੀ ਕਰਨਾ ਹੈ, ਕਿਵੇਂ ਕਰਨਾ ਹੈ, ਕਿੱਥੇ ਕਰਨਾ ਹੈ, ਕੌਣ ਉਹ ਫੰਕਸ਼ਨ ਪਰਫਾਰਮ ਕਰੇਗਾ ਅਤੇ ਇਹ ਕਿਵੇਂ ਕੀਤਾ ਜਾਏਗਾ। ਇਹ ਸਾਰਾ ਕੰਮ ਪਲੈਨਿੰਗ ਦੇ ਵਿੱਚ ਡਿਸਾਈਡ ਕੀਤਾ ਜਾਏਗਾ। ਸੈਕੰਡ, ਆਰਗੇਨਾਈਜ਼ਿੰਗ ਫੰਕਸ਼ਨ। ਆਰਗੇਨਾਈਜ਼ਿੰਗ ਫੰਕਸ਼ਨ ਨੂੰ ਜੇ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਸਮਝੀਏ ਤਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਆਰਗੇਨਾਈਜ਼ਿੰਗ ਫੰਕਸ਼ਨ ਦੇ ਵਿੱਚ ਜਿਹਨੂੰ ਜਿੰਨੀ ਅਥਾਰਟੀ ਦਿੱਤੀ ਜਾਣੀ ਹੈ, ਜਿਹਨੂੰ ਜਿੰਨੀਆਂ ਪਾਵਰਸ ਦਿੱਤੀਆਂ ਜਾਣੀਆਂ, ਉਹ ਪਾਵਰਸ ਉਹਨੂੰ ਦਿੱਤੀਆਂ ਜਾਂਦੀਆਂ। ਜਿਹਦੀ ਜਿੰਨੀ ਰਿਸਪੌਂਸਿਬਿਲਿਟੀ ਲਗਾਈ ਜਾਣੀ ਹੈ, ਜਿਹਦੀ ਜਿੰਨੀ ਜ਼ਿੰਮੇਵਾਰੀ ਜਿਹੜੀ ਲਗਾਈ ਜਾਣੀ ਹੈ, ਉਹਨੂੰ ਉਹ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ। ਯਾਨੀ ਇਹਦੇ ਵਿੱਚ ਅਥਾਰਟੀ ਐਂਡ ਰਿਸਪੌਂਸਿਬਿਲਿਟੀਜ਼ ਜਿਹੜੀਆਂ ਹੈ ਉਹ ਡਿਫਰੈਂਟ ਡਿਪਾਰਟਮੈਂਟਸ ਦੇ ਜਿਹੜੇ ਆਪਰੇਟਿਵ ਲੈਵਲ 'ਤੇ ਜਾਂ ਹਰ ਇੱਕ ਲੈਵਲ 'ਤੇ ਜਿਹੜੇ ਮੇਨ ਕੰਟਰੋਲ ਕਰਨ ਵਾਲੇ ਜਿਹੜੇ ਪਰਸਨਸ ਨੇ ਜਾਂ ਐਕਚੁਅਲ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਪਰਸਨ ਨੇ, ਉਹਨਾਂ ਸਾਰਿਆਂ ਨੂੰ ਇਹ ਅਥਾਰਟੀਜ਼, ਉਹਨਾਂ ਨੂੰ ਕੁਛ ਨਾ ਕੁਛ ਅਥਾਰਟੀ ਵੀ ਮਿਲੀ ਹੁੰਦੀ ਆ ਅਤੇ ਕੁਛ ਨਾ ਕੁਛ ਉਹਨਾਂ ਨੂੰ ਰਿਸਪੌਂਸਿਬਿਲਿਟੀਜ਼ ਵੀ ਦਿੱਤੀਆਂ ਹੁੰਦੀਆਂ। ਇਸ ਕਰਕੇ ਇਸ ਫੰਕਸ਼ਨ ਦੇ ਵਿੱਚ ਕੀ ਆ, ਅਥਾਰਟੀ ਅਤੇ ਰਿਸਪੌਂਸਿਬਿਲਿਟੀਜ਼ ਨੂੰ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਵੰਡਣਾ, ਡਿਫਰੈਂਟ ਗਰੁੱਪਸ ਦੇ ਵਿੱਚ ਵੰਡਣਾ, ਇਹ ਇਸ ਫੰਕਸ਼ਨ ਦੇ ਵਿੱਚ ਜਿਹੜਾ ਆ ਜਾਂਦਾ ਆਰਗੇਨਾਈਜ਼ਿੰਗ ਦੇ ਵਿੱਚ। ਥਰਡ ਮੇਨ ਫੰਕਸ਼ਨ ਆ ਜਾਂਦਾ ਸਟਾਫਿੰਗ। ਸਟਾਫਿੰਗ ਦਾ ਜਿਹੜਾ ਟੌਪਿਕ ਹੈ ਇਹ ਬਿਜ਼ਨਸ ਸਟੱਡੀ ਦੇ ਵਿੱਚ +2 ਦੇ ਵਿੱਚ ਕਾਫੀ ਵਾਈਡ ਟੌਪਿਕ ਹੈ ਅਤੇ ਇਹਦੇ ਵਿੱਚ ਬਹੁਤ ਕੁਛ ਆ ਜਾਂਦਾ ਹੈ ਸਟਾਫਿੰਗ ਫੰਕਸ਼ਨ ਦੇ ਵਿੱਚ। ਸਟਾਫਿੰਗ ਫੰਕਸ਼ਨ ਦੇ ਵਿੱਚ ਕੀ ਕਰਨਾ ਹੈ ਕਿ ਐਫੀਸ਼ੀਐਂਟ ਪਰਸਨ ਨੂੰ ਆਫਿਸ ਦੇ ਵਿੱਚ ਸਿਲੈਕਟ ਕਰਨਾ ਤਾਂ ਕਿ ਉਹ ਆਫਿਸ ਦਾ ਵਰਕ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਕਰ ਸਕੇ।
ਵਧੀਆ ਤਰੀਕੇ ਦੇ ਨਾਲ ਕਰ ਸਕੇ, ਐਫੀਸ਼ੀਐਂਸੀ ਦੇ ਨਾਲ ਕਰ ਸਕੇ। ਇਸ ਕਰਕੇ ਕੀ ਹੁੰਦਾ ਕਿ ਜਦੋਂ ਵੀ ਕੋਈ ਕੰਪਨੀ ਜਿਹੜੀ ਆ ਕੋਈ ਵੈਕੈਂਟ ਪੋਸਟ ਜਦੋਂ ਕਿਸੇ ਦੇ ਸਾਹਮਣੇ ਜਦੋਂ ਐਡਵਰਟਾਈਜ਼ ਕਰਦੀ ਹੈ, ਉਹਦੇ ਵਾਸਤੇ ਕੀ ਆ ਉਹ ਕਈ ਤਰ੍ਹਾਂ ਦੇ ਜਿਹੜੇ ਟੈਸਟ ਲੈਂਦੀ ਆ, ਉਹ ਕਈ ਤਰ੍ਹਾਂ ਦੀ ਜਿਹੜਾ ਟੈਸਟਿੰਗ ਕਰਦੀ ਆ ਆਪਣੇ ਵੱਲੋਂ, ਚਾਹੇ ਉਹ ਇੰਟਰਵਿਊ ਦੀ ਫਾਰਮ ਦੇ ਵਿੱਚ ਹੋਵੇ, ਚਾਹੇ ਉਹ ਕਿਸੇ ਰਿਟਨ ਐਗਜ਼ਾਮ ਦੀ ਫਾਰਮ ਦੇ ਵਿੱਚ ਹੋਵੇ, ਜਾਂ ਕੁਛ ਹੋਰ, ਜਾਂ ਕੋਈ ਸਕਿੱਲ ਟੈਸਟ ਹੋਵੇ। ਸੋ ਇਹਨਾਂ ਟੈਸਟ ਨੂੰ ਲੈ ਕੇ ਜਾਂ ਇਹਨਾਂ ਇੰਟਰਵਿਊਜ਼ ਨੂੰ ਲੈ ਕੇ ਜਿਹੜਾ ਹੈ ਉਹ ਬਿਲਕੁਲ ਪਰਫੈਕਟ ਜਿਹੜਾ ਹੈ ਉਹ ਪਰਸਨ ਜਿਹੜਾ ਲੱਭਣ ਦੀ ਕੋਸ਼ਿਸ਼ ਕਰਦੇ ਆ, ਜਿਹੜਾ ਉਸ ਵੈਕੈਂਟ ਪੋਸਟ ਨੂੰ ਬਿਲਕੁਲ ਅੱਛੇ ਤਰੀਕੇ ਦੇ ਨਾਲ ਫੁੱਲਫਿਲ ਕਰ ਸਕੇ ਜਾਂ ਉਹਨੂੰ ਭਰ ਸਕੇ। ਇਸ ਫੰਕਸ਼ਨ ਦੇ ਵਿੱਚ ਕੀ ਆ ਕਿ ਉਹਨੂੰ ਸਿਲੈਕਟ ਕਰਨਾ, ਫਿਰ ਜਿਹੜੇ ਪਰਸਨ ਜਿਹੜੇ ਐਮਪਲੋਈਜ਼ ਨਵੇਂ ਨੇ ਜਾਂ ਜਿਨ੍ਹਾਂ ਨੂੰ ਲੋੜ ਆ ਅਪਡੇਸ਼ਨ ਦੀ, ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਨੀ। ਟ੍ਰੇਨਿੰਗ ਪ੍ਰੋਵਾਈਡ ਕਰਨਾ ਵੀ ਇਸੇ ਫੰਕਸ਼ਨ ਦੇ ਵਿੱਚ ਆਏਗਾ। ਉਹਦੇ ਬਾਅਦ ਇਹ ਜਿਹੜਾ ਫੰਕਸ਼ਨ ਹੈ ਇਹਦੇ ਵਿੱਚ ਕਾਫੀ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਡਿਸਾਈਡ ਕੀਤੀਆਂ ਜਾਂਦੀਆਂ, ਜਿਵੇਂ ਵੇਜਿਸ, ਹੈਲਥ ਸੇਫਟੀ, ਵੈਲਫੇਅਰ ਆਫ ਐਮਪਲੋਈਜ਼, ਇਹ ਬਹੁਤ ਸਾਰੀਆਂ ਚੀਜ਼ਾਂ ਕਿ ਐਮਪਲੋਈਜ਼ ਨੂੰ ਕਿਹੜੀਆਂ ਸਰਵਿਸਿਜ਼ ਦੀ ਲੋੜ ਪੈਂਦੀ ਆ, ਐਮਪਲੋਈਜ਼ ਨੂੰ ਕਿਵੇਂ ਯੂਜ਼ ਕਰਨਾ ਹੈ, ਉਹ ਸਾਰੇ ਦਾ ਸਾਰਾ ਸਟਾਫਿੰਗ ਫੰਕਸ਼ਨ ਦੇ ਵਿੱਚ ਆਏਗਾ। ਯਾਨੀ ਤੁਸੀਂ ਕਹਿ ਸਕਦੇ ਹੋ ਸਟਾਫਿੰਗ ਫੰਕਸ਼ਨ ਦੇ ਵਿੱਚ ਆਪਣੇ ਸਾਰੇ ਐਮਪਲੋਈਜ਼ ਨੂੰ ਸੰਭਾਲਣਾ, ਉਹਨਾਂ ਨੂੰ ਕੰਟਰੋਲ ਕਰਨਾ, ਉਹਨਾਂ ਨੂੰ ਨਵੇਂ ਐਮਪਲੋਈਜ਼ ਨੂੰ ਰਿਕਰੂਟ ਕਰਨਾ, ਨਵੇਂ ਐਮਪਲੋਈਜ਼ ਨੂੰ ਟ੍ਰੇਨਡ ਕਰਨਾ, ਉਹਨਾਂ ਨੂੰ ਟਾਈਮ ਟੂ ਟਾਈਮ ਜਿਹੜਾ ਇਨਸੈਂਟਿਵ ਦੇਣਾ, ਇਹ ਸਾਰਾ ਦਾ ਸਾਰਾ ਇਸੇ ਫੰਕਸ਼ਨ ਦੇ ਵਿੱਚ ਆਏਗਾ। ਨੈਕਸਟ ਫੰਕਸ਼ਨ ਆ ਜਾਂਦਾ ਹੈ ਐਡਮਿਨਿਸਟ੍ਰੇਟਿਵ ਫੰਕਸ਼ਨ ਆਫਿਸ ਦਾ ਡਾਇਰੈਕਟਿੰਗ। ਡਾਇਰੈਕਟਿੰਗ ਦੇ ਵਿੱਚ ਇੱਥੇ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ 4 ਹੈਡਿੰਗ ਬਣਾਏ ਹੋਏ ਇਹਨਾਂ ਨੇ, ਲੀਡਰਸ਼ਿਪ, ਕਮਿਊਨੀਕੇਸ਼ਨ, ਮੋਟੀਵੇਸ਼ਨ ਤੇ ਸੁਪਰਵਿਜ਼ਨ। ਮੈਂ ਇੱਕ ਇੱਕ ਕਰਕੇ ਸਾਰੇ ਸਮਝਾਉਣਾ ਤੁਹਾਨੂੰ ਕੀ ਹੈ। ਸਭ ਤੋਂ ਪਹਿਲਾਂ ਤਾਂ ਡਾਇਰੈਕਟ ਕਰਨ ਦੇ ਲਈ ਕੀ ਹੈ ਕਿ ਜਿਹੜੇ ਆਫਿਸ ਮੈਨੇਜਰ ਨੇ ਉਹ ਆਪਣੇ ਸਬਆਰਡੀਨੇਟਸ ਨੂੰ, ਯਾਨੀ ਸੁਪੀਰੀਅਰ ਜਿੰਨੇ ਵੀ ਹੋਣਗੇ, ਉਹ ਆਪਣੇ ਸਬਆਰਡੀਨੇਟਸ ਨੂੰ ਲੀਡ ਕਰਨਗੇ ਇੱਕ ਲੀਡਰ ਵਾਂਗੂ, ਤਾਂ ਕਿ ਜਿਹੜਾ ਆਰਗੇਨਾਈਜੇਸ਼ਨ ਦਾ ਜਿਹੜਾ ਗੋਲ ਹੈ ਉਹ ਅਚੀਵ ਕੀਤਾ ਜਾ ਸਕੇ। ਇਸ ਕਰਕੇ ਇਸ ਫੰਕਸ਼ਨ ਦੇ ਵਿੱਚ ਕੀ ਹੈ, ਇੱਕ ਲੀਡਰ ਦੇ ਤੌਰ ਤੇ ਆਪਣੀ ਟੀਮ ਨੂੰ ਲੀਡ ਕਰਨਾ, ਆਪਣੇ ਗਰੁੱਪ ਨੂੰ ਲੀਡ ਕਰਨਾ, ਇਹ ਆ ਜਾਂਦਾ ਹੈ। ਸੈਕੰਡ ਚੀਜ਼ ਹੈ ਇਹਦੇ ਵਿੱਚ ਕਮਿਊਨੀਕੇਸ਼ਨ। ਕਮਿਊਨੀਕੇਸ਼ਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ, ਚਾਹੇ ਉਹ ਮੈਨੇਜਰ ਅਤੇ ਐਮਪਲੋਈਜ਼ ਦੇ ਵਿੱਚ ਹੋਵੇ ਜਾਂ ਮੈਨੇਜਮੈਂਟ ਦੇ ਵਿੱਚ ਹੋਵੇ। ਇਹ ਕਮਿਊਨੀਕੇਸ਼ਨ ਤੋਂ ਬਗੈਰ ਜਿਹੜਾ ਕੋਈ ਵੀ ਬਿਜ਼ਨਸ ਜਿਹੜਾ ਉਹ ਸਰਵਾਈਵ ਨਹੀਂ ਕਰ ਸਕਦਾ। ਇਸ ਕਰਕੇ ਜਿਹੜੇ ਬਿਜ਼ਨਸ ਦੇ ਵਿੱਚ ਕੋਈ ਕਮਿਊਨੀਕੇਸ਼ਨ ਗੈਪ ਨਹੀਂ ਹੈ, ਕਮਿਊਨੀਕੇਸ਼ਨ ਜਿਹੜੀ ਹੈ ਪ੍ਰੋਪਰ ਹੋ ਰਹੀ ਆ ਹਰ ਇੱਕ ਲੈਵਲ 'ਤੇ, ਉਸ ਬਿਜ਼ਨਸ ਦੇ ਵਿੱਚ ਜਿਹੜਾ ਹੈ ਉਹ ਬਿਲਕੁਲ ਐਫੀਸ਼ੀਐਂਟਲੀ ਜਿਹੜਾ ਕੰਮ ਕੀਤਾ ਜਾਂਦਾ ਹੈ। ਇਸ ਕਰਕੇ ਸੈਕੰਡ ਫੰਕਸ਼ਨ ਕਮਿਊਨੀਕੇਸ਼ਨ ਉਹ ਬਹੁਤ ਜ਼ਰੂਰੀ ਆ ਜਾਂਦਾ। ਥਰਡ ਫੰਕਸ਼ਨ ਮੋਟੀਵੇਸ਼ਨ। ਹੁਣ ਜਿੰਨੇ ਵੀ ਆਪਣੇ ਸੁਪੀਰੀਅਰ ਨੇ, ਸੁਪੀਰੀਅਰ ਨੂੰ ਆਪਣੇ ਸਬਆਰਡੀਨੇਟਸ ਕੋਲੋਂ ਕੰਮ ਲੈਣ ਦੇ ਲਈ ਕੀ ਹੈ ਕਿ ਕਾਫੀ ਤਰ੍ਹਾਂ ਦੇ ਜਿਹੜੇ ਲਾਲਚ ਦੇਣੇ ਪੈਂਦੇ ਆ, ਉਹਨਾਂ ਨੂੰ ਮੋਟੀਵੇਟ ਕਰਨਾ ਪੈਂਦਾ, ਉਹਨਾਂ ਦਾ ਮੋਰਲ ਜਿਹੜਾ ਬੂਸਟ ਕਰਨਾ ਪੈਂਦਾ। ਉਸ ਮੋਰਲ ਬੂਸਟ ਕਰਨ ਦੇ ਲਈ ਉਹ ਕਈ ਤਰ੍ਹਾਂ ਦੇ ਜਿਹੜੇ ਆ ਤਰੀਕੇ ਯੂਜ਼ ਕਰ ਸਕਦੇ, ਜਿਵੇਂ ਉਹਨਾਂ ਨੂੰ ਇਨਸੈਂਟਿਵ ਦੇਣਾ, ਕੁਛ ਐਕਸਟਰਾ ਪੇ ਕਰਨਾ, ਜਾਂ ਪੇਮੈਂਟ ਦਾ ਸਿਸਟਮ ਵੀ ਕੁਛ ਇੱਦਾਂ ਦਾ ਤਿਆਰ ਕਰ ਦੇਣਾ, ਜਿਵੇਂ ਤੁਸੀਂ ਨੈਕਸਟ ਕਲਾਸਿਸ ਵਿੱਚ ਪੜ੍ਹੋਗੇ ਪੀਸ ਵੇਜ ਸਿਸਟਮ ਜਾਂ ਟਾਈਮ ਵੇਜ ਸਿਸਟਮ, ਟਾਈਮ ਦੇ ਅਕੋਰਡਿੰਗ ਪੇ ਕਰਨਾ ਜਾਂ ਪੀਸ ਦੇ ਅਕੋਰਡਿੰਗ ਪੇ ਕਰਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੋਟੀਵੇਸ਼ਨ ਦੇ ਵਿੱਚ ਤੁਸੀਂ ਪੜ੍ਹੋਗੇ ਵੀ ਕਿਵੇਂ ਆਪਣੇ ਐਮਪਲੋਈਜ਼ ਨੂੰ, ਚਾਹੇ ਮੈਡੀਕਲ ਦਾ ਲਾਲਚ ਦੇ ਕੇ ਅਸੀਂ ਉਹਨੂੰ ਕਰੀਏ ਜਾਂ ਲੀਵ ਦਾ ਲਾਲਚ ਦੇ ਕੇ ਉਹਨੂੰ ਅਸੀਂ ਮੋਟੀਵੇਟ ਕਰੀਏ, ਜਾਂ ਉਹਨੂੰ ਕੋਈ ਮੈਡੀਕਲ ਫੈਸਿਲਿਟੀ ਜਿਹੜੀ ਪ੍ਰੋਵਾਈਡ ਕਰੀਏ, ਜਾਂ ਕਿਸੇ ਵੀ ਤਰੀਕੇ ਦੀ ਕੋਈ ਵੀ ਉਹਨੂੰ ਹੈਲਪ ਦੇਣੀ, ਐਕਸਟਰਾ ਹੈਲਪ, ਬੋਨਸ ਪ੍ਰੋਵਾਈਡ ਕਰਨਾ, ਐਕਸਟਰਾ ਮਨੀ ਪ੍ਰੋਵਾਈਡ ਕਰਨੀ, ਤਾਂ ਕਿ ਉਹ ਸਹੀ ਤਰੀਕੇ ਨਾਲ ਕੰਮ ਕਰੇ। ਚੌਥਾ ਇਹਦੇ ਵਿੱਚ ਇਹ ਆ ਜਾਂਦਾ ਹੈ ਸੁਪਰਵਿਜ਼ਨ। ਸੁਪਰਵਿਜ਼ਨ ਦੇ ਵਿੱਚ ਕੀ ਹੈ ਕਿ ਉਹਨਾਂ ਨੇ ਜੋ ਵੀ ਤੁਹਾਨੂੰ ਇੰਸਟਰਕਸ਼ਨਸ ਦਿੱਤੀਆਂ, ਉਹਨਾਂ ਇੰਸਟਰਕਸ਼ਨਸ ਦੇ ਅਕੋਰਡਿੰਗ ਜਿਹੜਾ ਹੈ ਉਹ ਐਮਪਲੋਈਜ਼ ਜਿਹੜੇ ਉਹ ਕੰਮ ਕਰ ਰਹੇ ਜਾਂ ਨਹੀਂ ਕਰ ਰਹੇ, ਉਹਨੂੰ ਚੈੱਕ ਕਰਨਾ ਪਰਫੋਰਮੈਂਸ ਨੂੰ। ਹੁਣ ਇੱਥੇ ਲਿਖਿਆ ਸੁਪਰਵਿਜ਼ਨ ਆਲਸੋ ਨੈਸੈਸਰੀ ਫॉर द ਮੇਨਟੇਨੈਂਸ ਆਫ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਅਤੇ ਕੰਮ ਦੀ ਪਰਫੋਰਮੈਂਸ ਨੂੰ ਜਿਹੜਾ ਹੈ ਉਹ ਇਵੈਲੂਏਟ ਕਰਨ ਦੇ ਲਈ ਜਿਹੜਾ ਉਹ ਸੁਪਰਵਿਜ਼ਨ ਦੀ ਬਹੁਤ ਲੋੜ ਹੈ। ਇਸ ਕਰਕੇ ਡਾਇਰੈਕਟਿੰਗ ਦਾ ਮਤਲਬ ਜੇ ਸਿੰਪਲ ਲੈਂਗੁਏਜ ਦੇ ਵਿੱਚ ਵੇਖਿਆ ਜਾਵੇ, ਆਪਣੇ ਸਬਆਰਡੀਨੇਟਸ ਨੂੰ, ਐਮਪਲੋਈਜ਼ ਨੂੰ ਡਾਇਰੈਕਟ ਕਰਨਾ, ਇੰਸਟਰਕਸ਼ਨਸ ਦੇਣੀਆਂ, ਤਾਂ ਕਿ ਤੁਹਾਡੀਆਂ ਇੰਸਟਰਕਸ਼ਨਸ ਦੇ ਅਕੋਰਡਿੰਗ ਕੰਮ ਕਰਕੇ ਉਹ ਆਪਣਾ ਗੋਲ ਅਚੀਵ ਕਰ ਸਕੇ, ਕੰਪਨੀ ਦਾ ਗੋਲ ਅਚੀਵ ਕੀਤਾ ਜਾ ਸਕੇ। ਨੈਕਸਟ ਫੰਕਸ਼ਨ ਇਹਦੇ ਵਿੱਚ ਇਹ ਆ ਜਾਂਦਾ ਕੋਆਰਡੀਨੇਟਿੰਗ। ਇਹ ਵੀ ਬਹੁਤ ਇੰਪੋਰਟੈਂਟ ਫੰਕਸ਼ਨ ਹੈ ਕਿ ਹਰ ਇੱਕ ਡਿਪਾਰਟਮੈਂਟ ਦਾ, ਹਰ ਇੱਕ ਐਮਪਲੋਈ ਦਾ, ਹਰ ਇੱਕ ਲੈਵਲ 'ਤੇ ਕੋਆਰਡੀਨੇਸ਼ਨ ਹੋਣਾ ਬਹੁਤ ਜ਼ਰੂਰੀ ਹੈ, ਤਾਂ ਕਿ ਡਿਪਾਰਟਮੈਂਟ ਜਿਹੜਾ ਹੈ ਉਹ ਬਿਲਕੁਲ ਤਾਲਮੇਲ ਦੇ ਨਾਲ ਕੰਮ ਕਰੇ, ਤਾਂ ਕਿ ਉਹ ਇੱਕ ਕਾਮਨ ਆਬਜੈਕਟਿਵ ਜਿਹੜਾ ਅਚੀਵ ਕਰ ਸਕਣ। ਕਿਉਂਕਿ ਜੇ ਤਾਲਮੇਲ ਨਹੀਂ ਹੋਏਗਾ ਉਹਨਾਂ ਦੇ ਵਿੱਚ, ਤੇ ਕੋਈ ਵੀ ਕੰਪਨੀ ਜਿਹੜੀ ਹੈ ਉਹ ਆਪਣਾ ਇੱਕ ਕਾਮਨ ਆਬਜੈਕਟਿਵ ਜਿਹੜਾ ਅਚੀਵ ਨਹੀਂ ਕਰ ਸਕਦੀ। ਇਸ ਕਰਕੇ ਫਿਰ ਕਈ ਪ੍ਰੋਬਲਮ ਜਿਹੜੀਆਂ ਉਹਨਾਂ ਦੇ ਸਾਹਮਣੇ ਖੜੀਆਂ ਹੋ ਸਕਦੀਆਂ। ਇਸ ਕਰਕੇ ਤਾਲਮੇਲ ਹੋਣਾ ਵੀ ਜਿਹੜਾ ਉਹ ਬਹੁਤ ਜ਼ਰੂਰੀ ਹੈ। ਇਹ ਵੀ ਬਹੁਤ ਇੰਪੋਰਟੈਂਟ ਫੰਕਸ਼ਨ ਆਫਿਸ ਦਾ, ਤਾਲਮੇਲ ਬਣਾਉਣ ਦਾ ਕੰਮ, ਕੋਆਰਡੀਨੇਸ਼ਨ ਬਣਾਉਣ ਦਾ ਕੰਮ। ਨੈਕਸਟ ਹੈ 6th ਪੁਆਇੰਟ, ਲਾਸਟ ਪੁਆਇੰਟ, ਕੰਟਰੋਲਿੰਗ। ਕੰਟਰੋਲਿੰਗ ਦੇ ਵਿੱਚ ਦੇਖੋ ਹੁਣ ਇੱਥੇ 4 ਪੁਆਇੰਟ ਲਿਖਿਆ। ਕੰਟਰੋਲਿੰਗ ਨੂੰ ਥੋੜ੍ਹਾ ਜਿਹਾ ਮੈਂ ਡਿਟੇਲ ਦੇ ਵਿੱਚ ਸਮਝਾਊਂਗਾ ਕੀ ਹੈ।
ਕੰਟਰੋਲਿੰਗ ਫੰਕਸ਼ਨ ਦੇ ਵਿੱਚ ਕੀ ਹੈ ਕਿ ਆਪਣੇ ਸਬਆਰਡੀਨੇਟਸ ਨੂੰ ਉਹਨਾਂ ਦੀ ਪਰਫਾਰਮੈਂਸ ਨੂੰ ਚੈੱਕ ਕਰਨਾ। ਪਰਫਾਰਮੈਂਸ ਨੂੰ ਚੈੱਕ ਕਰਨ ਤੋਂ ਬਾਅਦ ਜੇ ਕਿਸੇ ਤਰ੍ਹਾਂ ਦੀ ਕੋਈ ਡੈਵੀਏਸ਼ਨ ਮਿਲਦੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਮਿਲਦੀ ਆ, ਉਹਨੂੰ ਰੈਕਟੀਫਾਈ ਕਰਨਾ, ਉਹਨੂੰ ਸਹੀ ਕਰਨਾ, ਤਾਂ ਕਿ ਗੋਲ ਅਚੀਵ ਕੀਤਾ ਜਾ ਸਕੇ। ਕਿਉਂਕਿ ਅਲਟੀਮੇਟ ਆਪਣਾ ਗੋਲ ਇਹੀ ਹੈ, ਅਲਟੀਮੇਟ ਆਪਣਾ ਏਮ ਇਹੀ ਹੈ ਕਿ ਹਰ ਇੱਕ ਬਿਜ਼ਨਸ ਨੇ ਜੋ ਟਾਰਗੇਟ ਸੈੱਟ ਕੀਤਾ ਉਹ ਟਾਰਗੇਟ ਨੂੰ ਅਚੀਵ ਕੀਤਾ ਜਾ ਸਕੇ। ਇਹਦੇ ਲਈ ਉਹ ਕੀ ਕਰਦੀ ਹੈ, ਸਭ ਤੋਂ ਪਹਿਲਾ ਪੁਆਇੰਟ ਸੈਟਿੰਗ ਸਟੈਂਡਰਡ, ਆਪਣੇ ਸਟੈਂਡਰਡ ਮੇਨਟੇਨ ਕਰਦੀ ਹੈ, ਕੁਝ ਸਟੈਂਡਰਡ ਸੈੱਟ ਕਰਦੀ ਹੈ ਕਿ ਕਿਹਦੇ ਅਕੋਰਡਿੰਗ ਕੰਮ ਕੀਤਾ ਜਾਏਗਾ। ਸੈਕੰਡ ਫੰਕਸ਼ਨ ਕੀ ਹੈ, ਐਕਚੁਅਲ ਪਰਫਾਰਮੈਂਸ ਨੂੰ ਨੋਟ ਕੀਤਾ ਜਾਊਗਾ, ਯਾਨੀ ਜਿਹੜਾ ਤੁਹਾਡਾ ਐਮਪਲੋਈ ਆ ਉਹ ਜਿੱਦਾਂ ਦੀ ਪਰਫਾਰਮੈਂਸ ਕਰ ਰਿਹਾ ਉਹਦੀ ਪਰਫਾਰਮੈਂਸ ਨੂੰ ਮੇਜ਼ਰ ਕੀਤਾ ਜਾਊਗਾ। ਤੀਸਰਾ ਫੰਕਸ਼ਨ ਕੀ ਆ, ਜਿਹੜਾ ਤੁਸੀਂ ਸਟੈਂਡਰਡ ਸੈੱਟ ਕੀਤਾ ਹੈ ਉਸ ਸਟੈਂਡਰਡ ਨੂੰ ਉਸ ਐਮਪਲੋਈ ਦੀ ਐਕਚੁਅਲ ਪਰਫਾਰਮੈਂਸ ਦੇ ਨਾਲ ਕੰਪੇਅਰ ਕੀਤਾ ਜਾਊਗਾ। ਤੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਡੈਵੀਏਸ਼ਨ ਮਿਲਦੀ ਆ ਤੇ ਚੌਥੇ ਪੁਆਇੰਟ ਦੇ ਵਿੱਚ ਯਾਨੀ ਕਰੈਕਟਿੰਗ ਡੈਵੀਏਸ਼ਨਸ, ਜੇ ਕੋਈ ਡੈਵੀਏਸ਼ਨ ਮਿਲੀ ਕੰਪੇਅਰ ਕਰਨ ਤੋਂ ਬਾਅਦ ਤੇ ਉਹਨੂੰ ਕਰੈਕਟ ਕੀਤਾ ਜਾਊਗਾ। ਇਹ ਹੈ ਕੰਟਰੋਲਿੰਗ ਫੰਕਸ਼ਨ।